मैं किसी को जावा और मेरा जगह घर में जे और मेरे थोड़े साथ बचीना जिल बचीना इंसाफ ना करे किधर ਨੂੰ ਜਾਈਏ ਫਿਰ ਅਸੀਂ ਜ਼ਹਿਰ ਖਾ ਕੇ ਮਰ ਜਾਈਏ ਕਿਹੜੇ ਪਾਸੇ ਜਾਣਾ ਅਸੀਂ ਵੀ ਅਸੀਂ ਜ਼ਹਿਰ ਖਾ ਕੇ ਮਰ ਜਾਈਏ ਇਹਨਾਂ ਦਾ ਸਹਾਰਾ ਕੋਈ ਨਹੀਂ ਦਾ ਮੈਂ ਇਹ ਕਿਹਨਾਂ ਦਾ ਬਾਪ ਬਣਿਆ ਬੈਠਾ ਵਾ ਇਸ ਮੈਨੂੰ ਅਗਰ ਮੇਰੇ ਕੋਲ ਇਨਸਾਫ ਲੈ ਕੇ ਦੇ ਦਿਓ ਕੀ ਕਰਕੇ ਦਿਖਾ ਲੈਣੀ ਹੈ ਜੇ ਤੁਸੀਂ ਆਰੀ ਮਾਂ ਨੂੰ ਦੱਸਿਆ ਚਾਹ ਦੇ ਭਾਈਆਂ ਨੂੰ ਦੱਸਿਆ ਤੇ ਇਹਨੂੰ ਵੜ ਲਾਂਗੇ ਮਾਰ ਲਾਂਗੇ ਇਹਨੇ ਡਰ ਨਹੀਂ ਸਾਨੂੰ ਦੱਸਿਆ ਤੂੰ ਫੜ ਸਿਆ ਪੁੱਤ ਬਹੁਤ ਜ਼ੁਲਮ ਕੀਤਾ ਸਾਡੇ ਜ਼ੁਲਮ ਕੀਤਾ ਮੇਰੇ ਨਾਲ ਜ਼ੁਲਮ ਕੀਤਾ ਅਸੀਂ 4 ਦਿਨ ਦਾ ਤਾਰੇ ले सारी कोई वाली बात नहीं बने नहीं। साहिवाल के नवाही गांव 140 नौएल में इंसानियत सोज वाकया पेश आया। 140 नौएल साहिवाल की गरीब फैमिली की 16 साला शाजिया परवीन जो गांव के एक बाअसर घराने में मुलाजमा थी। इसी बाअसर घराने के 3 उबाश लड़कों ने 8 माह कबल मुलाजमा शाजिया परवीन को दरिंदगी का निशाना बना डाला। इसकी वीडियो भी बनाई गई और शाजिया परवीन को डराया और धमकाया गया कि किसी से जिक्र न करना। मजलूमा शाजिया परवीन इसी दौरान हामला होती है। जब वालिदैन और घर वालों को वाक़े का पता चला तो घर में कहराम मच गया। बाअसर घराने के सरबराह से रब्ता किया गया तो संगीन नताइज की धमकियाँ मिली और ले देकर मामले को रफा दफा करने की भरपूर कोशिश की गई। इसी दौरान ओबाश लड़कों के अहले खाना ने मुतासरा बच्ची को मेडिकल करवाने के बाद जब वाज़ेह हुआ कि 8 माह की हामला शाजिया परवीन अब इलाके में हमारे लिए बदनामी का सबब बनेगी तो अबॉर्शन की नाकाम कोशिशें भी की गई। इसी दौरान थाना डेरा रहीम में FIR भी दर्ज होती है। तकरीबन 15 दिन नामजद मुल्ज़मान को हिरासत में रखा गया। 15 रोज़ के बाद बाअसर मुल्ज़मान को छोड़ दिया गया कि बच्चे की पैदाइश के बाद DNA रिपोर्ट पर ही मुल्ज़मान को हिरासत में लिया जाएगा। बावसूख ज़राए से ये भी मालूम हुआ कि मुल्ज़मान पासपोर्ट बनाने में मसरूफ़ अमल हैं। ख़दशा ज़ाहिर किया जा रहा है कि मुल्ज़मान मुल्क से राह फ़रार अख्तियार कर सकते हैं। मज़ीद जानते हैं मुतासरा फैमिली से। जुड़े रहिए वॉइस ऑफ पंजाब के साथ। इंसाफ लेके दूंगा, इंसाफ करवाऊंगा मैं इंशाल्लाह। इस रंगे बच्चे को मैं इंसाफ लवांगा। कोई गल नहीं फेंकी मैं चेयरमैन है ये कहंदे मैं तो 10 मिनट डरदे आ तुसी की कर लोगे। अस्सलाम वालेकुम। वालेकुम सलाम। भाईजान की नाम? शाहद। ਤੁਸੀਂ ਇਸ ਭੈਣ ਦੇ ਕੀ ਲੱਗਦੇ ਹੋ? छोटी भैन मेरी है जी। ਸਕੀ ਭੈਣ ਤੁਹਾਡੀ? हाँ जी। ਜਿਹੜਾ ਇਹਨਾਂ ਦਾ ਮਾਮਲਾ ਪੇਸ਼ ਆਇਆ ਜ਼ਨਾ ਬਿਲ ਜਬਰ ਦਾ ਕਿੰਨੀ ਦੇਰ ਪਹਿਲਾਂ ਆਇਆ, ਕੌਣ ਲੋਕ ਨੇ? ਹੁਣ ਤੁਹਾਡੀ ਸਿਸਟਰ ਜਿਹੜੀ ਆ ਉਹ ਪ੍ਰੈਗਨੈਂਸੀ 'ਚ ਆ, 8 ਮਾਹ ਦੀ ਪ੍ਰੈਗਨੈਂਸੀ ਆ। ਪੁਲਿਸ ਕੀ ਕਰ ਰਹੀ ਆ, ਅਦਾਰੇ ਕੀ ਕਰ ਰਹੇ ਨੇ, ਕਿਆ ਮੁਲਜ਼ਮਾਨ ਪਕੜੇ ਗਏ ਨੇ ਜਾਂ ਨਹੀਂ? ਪੂਰਾ ਵਾਕਿਆ ਸੁਣਾਓ। ਸਰ ਅਸੀਂ ਨਾ ਉੱਥੇ 12 ਸਾਲ ਤੋਂ ਨੌਕਰੀ ਕਰਦੇ ਸੀ। ਅਸੀਂ ਜਦੋਂ ਸਾਨੂੰ ਪਤਾ ਲੱਗਾ ਨਾ 1 ਤਰੀਕ ਸੀਗੀ ਮੇਰਾ ਖਿਆਲ ਆ ਮਹੀਨੇ ਦੀ, ਤੇ ਅਸੀਂ ਉਹਨੂੰ ਲੈ ਕੇ ਉਹਨੂੰ ਦੱਸਿਆ 4 ਦਿਨ ਉਹਨੂੰ ਦੱਸਦਾ ਹਾਜੀ ਅਕਰਮ ਸਾਹਿਬ ਨੂੰ। ਉਹਨੇ ਸਾਡੀ ਕੋਈ ਬਾਹ ਪੇਸ਼ ਨਹੀਂ ਚੱਲਣ ਦਿੱਤੀ। ਹਾਜੀ ਅਕਰਮ ਸਾਹਿਬ ਕੌਣ ਨੇ? ਰਾਹੀਂ ਆ 140 ਨੌਵੈਲ ਰਾਹੀਂ ਚੇਅਰਮੈਨ ਪਿੰਡ ਦਾ। ਉਹਨੇ ਸਾਡੀ ਕੋਈ ਬਾਹ ਪੇਸ਼ ਨਹੀਂ ਚੱਲ। 4 ਦਿਨ ਬਾਅਦ ਸਾਨੂੰ ਆਂਦਾ ਵੀ ਅਸੀਂ ਬੇਗਨਾਹ ਵਾਂ। ਮੁਲਜ਼ਮ ਉਹ ਬੰਦੇ ਦੇ ਕੀ ਲੱਗਦੇ ਨੇ? ਮੁਲਜ਼ਮ ਉਹਦੇ ਬੇਟੇ ਆ ਦੋਵੇਂ ਹੀ। ਯਾਨੀ ਕਿ ਉਹਨਾਂ ਦੇ ਬੇਟਿਆਂ ਨੇ ਇਹ ਮਾਮਲਾ ਸਾਰਾ ਕੀਤਾ? ਹਾਂਜੀ ਦੋਵੇਂ ਉਹਨੇ ਬੇਟਿਆਂ ਨੇ ਕੀਤਾ ਜੀ। ਤੀਸਰਾ ਵੀ ਭਤੀਜਾ ਜੀ ਉਹਦਾ ਤੀਸਰਾ ਤੇ ਉਹਨੇ ਕੀਤਾ ਜੀ। ਤੇ ਉਹਨੂੰ ਅਸੀਂ ਕਹਿੰਦੇ ਰਹੇ ਆ, ਸਾਨੂੰ ਆਂਦੇ ਜੀ ਸਮਾਨ ਚੱਕ ਕੇ ਆਪਦਾ ਇੱਥੋਂ ਚਲੇ ਜਾਓ। ਅਸੀਂ ਕਿਹਾ ਵੀ ਨਹੀਂ ਅਸੀਂ ਇਸ ਤਰੀਕੇ ਨਹੀਂ ਜਾਣਾ, ਅਸੀਂ ਆਪਦਾ ਹੱਕ ਲੈਣਾ, ਇੱਜ਼ਤ ਦੀ ਇੱਜ਼ਤ ਲੈਣੀ ਆ, ਸਾਨੂੰ ਇੱਜ਼ਤ ਦੀ ਇੱਜ਼ਤ ਚਾਹੀਦੀ ਆ। FIR ਹੋ ਗਈ ਹੈ? ਹਾਂਜੀ FIR ਹੋਈ ਆ, ਸਾਰਾ ਕੁਝ ਕੀਤਾ। ਬੰਦਾ ਵੀ ਉਹਨਾਂ ਦਾ 15 ਦਿਨ ਅੰਦਰ ਰਹਿ ਕੇ ਆਇਆ ਤੇ ਬੰਦਾ ਉਹਨੇ 15 ਦਿਨ ਬਾਅਦ ਛੱਡ ਦਿੱਤਾ SHO ਨੇ। SHO ਨੇ ਕਿਉਂ ਛੱਡਿਆ? ਕੀ ਕਹਿ ਕੇ ਛੱਡਿਆ? ਆਖਰ ਉਹ ਮੁਲਜ਼ਮ ਨਹੀਂ ਸੀ? ਆਖੇ ਨਹੀਂ ਜੀ ਇਹ ਡਰਾਮਾ ਜੀ, ਇਹ ਨਹੀਂ ਮੈਂ ਛੱਡ ਦਿੱਤਾ। ਇਹ ਜਦੋਂ ਬੱਚੀ ਨੂੰ ਪੈਦਾ ਬੱਚਾ ਹੋਊਗਾ ਉਦੋਂ ਗ੍ਰਿਫਤਾਰੀ ਕੀਤੀ ਜਾਊਗੀ। ਕਿਉਂ ਕੀਤੀ ਜਾਊਗੀ? ਅਸੀਂ ਹੁਣ ਮਰ ਜਾਈਏ ਖੱਪ ਜਾਈਏ, ਸਾਡਾ ਹੱਕ ਸਾਨੂੰ ਚਾਹੀਦਾ। ਉਹਨੇ ਜਵੇਦ ਇੰਸਪੈਕਟਰ ਨੇ ਕੁਝ ਵੀ ਨਹੀਂ ਸਾਡੇ ਬਾਰੇ ਸੋਚਿਆ। ਜ਼ਮਾਨਤਾਂ ਲੈ ਲਈਆਂ ਉਹਨਾਂ ਦੀਆਂ ਵਾਪਸ ਉਹਨੇ। ਤੁਹਾਡਾ ਥਾਣਾ ਕਿਹੜਾ ਲੱਗਦਾ ਇਸ ਇਲਾਕੇ? ਡੇਰਾ ਰਹੀਮ। ਡੇਰਾ ਰਹੀਮ। ਹਾਂਜੀ। SHO ਸਾਹਿਬ ਕੌਣ ਨੇ? ਮਾਰ ਇਸਮਾइल ਸਾਹਿਬ। ਤੇ ਜਿਹਨੇ ਤਫਤੀਸ਼ੀ ਨੇ, ਤਫਤੀਸ਼ੀ ਕੌਣ ਨੇ? ਜਵੇਦ ਇਕਬਾਲ। ਤੇ ਤਫਤੀਸ਼ੀ ਕੀ ਕਹਿ ਰਿਹਾ ਤੁਹਾਨੂੰ? ਤੁਹਾਡੇ ਨਾਲ ਕੋਈ ਕੋਆਪਰੇਟ ਨਹੀਂ ਕਰ ਰਿਹਾ? ਕੋਈ ਗੱਲਬਾਤ ਨਹੀਂ ਉਹ ਸਾਡੀ ਸੁਣ ਰਿਹਾ, ਸਾਨੂੰ ਦਬਕੇ ਮਾਰ ਰਿਹਾ ਅੱਗੋਂ। ਜਿਹੜੇ ਬਾਸਰ ਲੋਕ ਨੇ ਜਿਨ੍ਹਾਂ ਦੇ ਬੇਟਿਆਂ ਨੇ ਇਹ ਮਾਮਲਾ ਕੀਤਾ ਵਾ ਤੁਹਾਡੀ ਸਿਸਟਰ ਦੇ ਨਾਲ, ਉਹ ਤੁਹਾਨੂੰ ਪ੍ਰੈਸ਼ਰਾਈਜ਼ ਕਰ ਰਹੇ ਨੇ, ਪੈਸੇ ਦੇਣ ਦੀ ਕੋਸ਼ਿਸ਼ ਕਰ ਰਹੇ ਨੇ, ਤੁਹਾਨੂੰ ਕੀ ਕਹਿ ਰਹੇ ਨੇ? ਤੁਹਾਡਾ ਸੁਲ੍ਹਾ ਸਫਾਈ ਵਾਲੇ ਪਾਸੇ ਆਉਂਦੇ ਨੇ? ਨਹੀਂ ਆਉਂਦੇ? ਨਹੀਂ ਆਉਂਦੇ। ਕੀ ਕਹਿੰਦੇ ਨੇ?
ਨਹੀਂ ਕੁਝ ਵੀ ਨਹੀਂ ਅਜੇ ਤੱਕ ਤਾਂ ਕੁਝ ਵੀ ਨਹੀਂ ਉਹਨਾਂ ਲੜ ਕੋਈ ਗੱਲ ਵੀ ਨਹੀਂ ਕੀਤੀ। ਗਵਰਨਮੈਂਟ ਦੇ ਨਾਮ ਕੀ ਪੈਗਾਮ ਹੈ? ਤੁਹਾਨੂੰ ਇਨਸਾਫ ਮਿਲੇਗਾ? ਇਸ ਸਿਸਟਰ ਨੂੰ, ਤੁਹਾਡੀ ਭੈਣ ਨੂੰ ਇਨਸਾਫ ਮਿਲੇਗਾ? ਨਹੀਂ ਮਿਲੇਗਾ? ਪੁਲਿਸ ਤੁਹਾਡੇ ਨਾਲ ਕੋਆਪਰੇਟ ਕਰੇਗੀ, ਤਾਵੁਨ ਕਰੇਗੀ ਜਾਂ ਨਹੀਂ ਕਰੇਗੀ? ਸਾਨੂੰ ਮਰੀਮ ਨਵਾਜ਼ ਆਣ ਕੇ ਹੱਕ ਦਵਾਵੇ, ਬਸ ਸਾਡਾ ਇਹੀ ਹੱਕ ਆ। ਸਾਨੂੰ ਮਰੀਮ ਨਵਾਜ਼ ਆਣ ਕੇ ਹੱਕ ਦਵਾ ਦੇਵੇ, ਬਸ ਇੱਜ਼ਤ ਦੀ ਇੱਜ਼ਤ ਦੇ ਲੈਣੀ ਅਸੀਂ, ਸਾਨੂੰ ਦੇ ਦੇਵੇ। ਮਾਂ ਜੀ ਕੀ ਨਾਮ ਆ? ਅੱਛੀ ਦਾ ਬੀਬੀ। ਇਹ ਤੁਹਾਡੀ ਬੇਟੀ ਆ? ਹਾਂਜੀ। ਕੀ ਮਾਮਲਾ ਪੇਸ਼ ਆਇਆ? ਕੰਮ ਕਰਦੀ ਸੀ ਮੇਰੀ ਬੱਚੀ ਉਹਨਾਂ ਦੇ ਘਰੇ, ਕਿਹਨਾਂ ਦੇ ਘਰੇ? ਹਾਜੀ ਅਕਰਮ ਚੇਅਰਮੈਨ ਦੇ। ਅੱਛਾ। ਤੇ 7-8 ਸਾਲ ਹੋ ਗਏ ਇਹਨੂੰ ਕੰਮ ਕਰਦੀ ਨੂੰ। ਇਹਦੇ ਨੂੰ ਨਹੀਂ ਸੀ ਆਉਣ ਦਿੰਦੇ ਹੈਗੇ, ਇਹਨੂੰ ਕਹਿੰਦੇ ਸੀ ਤੈਨੂੰ ਡਰਾਉਂਦੇ ਸੀ, ਅਸਲਾ ਦਿਖਾਉਂਦੇ ਸੀ, ਤੇਰੀ ਵੀਡੀਓ ਨਕੀ ਕਰਕੇ ਦਿਖਾ ਲੈਣੀ ਹੈ। ਜੇ ਤੁਸੀਂ ਆਪਣੀ ਮਾਂ ਨੂੰ ਦੱਸਿਆ ਚਾਹ ਦੇ ਭਾਈਆਂ ਨੂੰ ਦੱਸਿਆ ਤੈਨੂੰ ਵੜ ਲਾਂਗੇ ਮਾਰ ਲਾਂਗੇ, ਇਹਨੇ ਡਰਦੀ ਨਹੀਂ ਸਾਨੂੰ ਦੱਸਿਆ। ਇਹ ਤੋਂ 3-4 ਦਿਨ ਪਹਿਲੋਂ ਆਈ ਆ, ਭੱਜ ਨੱਸ ਕੇ ਆਈ ਆ। ਮੇਰੀ ਧੀ ਸੀ ਉੱਥੇ, ਮੇਰਾ ਜਵਾਈ ਗਿਆ ਸੀ, ਮੈਂ ਬੈਠੀ ਸੀ। ਇਹਨੇ ਜਾ ਕੇ ਰੋਹ ਪੇਟ ਕੇ ਸਾਨੂੰ ਦੱਸਿਆ ਵੀ ਮੈਂ ਨਾ ਆਹ ਕੰਮ ਕੀਤਾ। ਕਿੰਨਾ ਲੋਕਾਂ ਨੇ ਕੀਤਾ? ਕਿੰਨੇ ਮੁੰਡੇ ਸੀ? ਉਹਨਾਂ ਦੇ ਨਾਮ ਕੀ ਆ? ਹਾਜੀ ਅਕਰਮ ਦੇ ਮੁੰਡੇ ਮਯੰਬਰ, ਸਜਾਦ, ਫੈਸਲ, ਉਹਦਾ ਭਤੀਜਾ। ਥਾਣੇ ਗਏ ਹੋ, FIR ਹੋਈ ਆ, ਕੀ ਬਣ ਰਿਹਾ ਵਾ? ਉੱਥੇ ਫੇਰ ਮੁੜ ਕੇ ਸੀ ਨਾ ਕਬੀਰ ਗਿਆ, ਹਾਜੀ ਕਬੀਰ ਗਿਆ, ਮੇਰੀ ਬੱਚੀ ਨੂੰ ਲੈ ਕੇ ਗਿਆ। ਉੱਥੇ ਡਾਕਟਰ ਨੂੰ ਚੈੱਕ ਕਰਵਾਇਆ, ਅਲਟਰਾਸਾਊਂਡ ਕਰਾਇਆ। ਉਹਨੇ ਕਿਹਾ ਜੀ 22,000 ਰੁਪਇਆ ਲਊਗਾ। ਉਹਨੇ ਕਿਹਾ ਸਫਾਈ ਕਰ ਦਿਓ, ਸਫਾਈ ਕਰਾ ਦਿਓ ਤੇ ਮੁੜ ਕੇ ਆਪਾਂ ਨਿਬੜਾਂਗੇ, ਫਿਰ ਤੁਹਾਨੂੰ ਬੰਦਾ ਦਊਂਗਾ। ਮੇਰਾ ਬੰਦਾ ਨਹੀਂ ਹੈਗਾ, ਮੈਂ ਤੁਹਾਨੂੰ ਬੰਦਾ ਦਊਂਗਾ, ਇਹਦੀ ਸਫਾਈ ਕਰਾਵੋ। ਅਸੀਂ ਕਿਹਾ ਅਸੀਂ ਸਫਾਈ ਨਹੀਂ ਕਰਾਉਣੀ ਹੈਗੀ। ਮੇਰੇ ਨਾਲ ਭਾਜੀ ਜ਼ੁਲਮ ਕੀਤਾ, ਮੇਰੇ ਨਾਲ ਜ਼ੁਲਮ ਕੀਤਾ। ਅਸੀਂ 4 ਦਿਨ ਦਾ ਤਾਰੇ ਲੈ ਸਾਰੀ ਕੋਈ ਵਾਲੀ ਬਾਤ ਨਹੀਂ ਉਹਨਾਂ ਨੇ ਬਣੇ, ਨਹੀਂ ਬਣੇ। ਮੁੜ ਕੇ ਮੇਰੀਆਂ 2-3 ਨੌਵਾਂ ਰਹੀਆਂ, ਅਸੀਂ 2 ਨਿਕਲ ਆਏ। ਮੇਰੇ 2 ਬੱਚੇ ਮਗਰੋਂ ਗਏ, ਮੇਰੇ ਬੱਚਿਆਂ ਦੇ ਨਾਲ ਹੱਥ ਪਈ ਹੋਏ ਆ। ਹਾਂ ਅਸੀਂ ਆਪਣੀ 2 ਨੌਵਾਂ ਲਿਆਉਣੀਆਂ। ਮੁੜ ਕੇ ਪੁਲਿਸ ਤੁਲ ਗਏ ਅਤੇ ਉਹਨਾਂ ਦੇ ਚੋਰੀ ਦਾ ਮਸਲਾ ਸਾਡੇ 'ਤੇ ਬਣਾਇਆ ਹੈਗਾ ਵੀ ਇਹ ਚੋਰੀ ਕਰਨਾ। ਅਤੇ ਮੇਰੇ ਉੱਥੇ ਉਸੇ ਘਰ ਦੇ ਵਿੱਚ ਮੇਰਾ ਸਮਾਨ ਪਿਆ ਸੀ ਨਾ ਨੌਵਾਂ ਵਾਲਾ, ਨਹੀਂ ਦਿੱਤਾ? ਨਹੀਂ ਦਿੱਤਾ ਦਿੱਤੇ। ਅਸੀਂ ਥੱਲੇ ਪੈਨੇ, ਅਸੀਂ ਪੁੰਜੇ ਪੈਨੇ। ਕੋਈ ਮੇਰਾ ਬੱਚਾ ਕਿਤੇ ਵੇਚਦਾ, ਕੋਈ ਕਿਤੇ ਵੇਚਦਾ, ਕੋਈ ਇੱਥੇ ਆ। ਸਾਡੀ ਕੋਈ ਨਹੀਂ ਸੁਣੀ ਉਹਨਾਂ ਨੇ, ਹਾਂਜੀ ਨਹੀਂ ਸੁਣੀ। ਅੱਜ ਤੁਸੀਂ ਸਾਹੀਵਾਲ DPO ਸਾਹਿਬ ਦੇ ਗਏ ਸੀ, ਉੱਥੇ ਕੀ ਬਣਿਆ? ਉੱਥੇ ਵੀ ਉਹਨਾਂ ਨੇ ਕੋਈ ਪਤਾ ਨਹੀਂ। ਮੈਨੂੰ ਤਾਂ ਬੱਚੇ ਮੇਰੇ ਗਏ, ਉਹਨਾਂ ਨੇ ਸਾਨੂੰ ਕੋਈ ਸਾਨੂੰ ਸੁਣੀ ਨਹੀਂ ਹੈਗੀ। ਤੁਹਾਨੂੰ ਕੀ ਲੱਗਦਾ ਇਨਸਾਫ ਮਿਲੇਗਾ ਕਿ ਨਹੀਂ? ਉਹ ਤਾਂ ਤੁਹਾਡੇ ਤੇ ਮੁੱਕਣੀਆਂ, ਉਸ ਹੁਣ ਬੀਬੀ ਜੀ ਤੇ ਮੁੱਕਣੀਆਂ, ਉਸ ਬੀਬੀ ਦਾ ਮੁੱਕਣੀ। ਉਹਦਾ ਮੈਨੂੰ ਨਾਂ ਨਹੀਂ ਆਉਂਦਾ ਹੈਗਾ। ਮਰੀਮ ਨਵਾਜ਼। ਹਾਂ ਮਰੀਮ ਨਵਾਜ਼। ਉਹਨੇ ਸਾਨੂੰ ਹੱਕ ਲੈ ਦੇਵੇ, ਜੋ ਵੀ ਉਹ ਬਣਦਾ ਸਾਡੀ ਬੱਚੀ ਦਾ ਹੱਕ ਮੈਨੂੰ ਦੇ ਦੇਵੇ। ਹਾਂ ਤੇ ਮੇਰੇ ਨਾਲ ਬੜਾ ਜ਼ੁਲਮ ਕੀਤਾ ਭਾਜੀ, ਮੇਰੇ ਨਾਲ ਬੜਾ ਜ਼ੁਲਮ ਕੀਤਾ। ਮੇਰਾ 3 ਨੌਵਾਂ ਦਾ ਸਮਾਨ ਉੱਥੇ ਪਿਆ। ਮੇਰੀ ਆਪਣੇ ਇੱਕ ਬੱਚੀ ਵੀ ਉੱਥੇ ਹੈਗੀ ਆ। ਮਾਂ ਜੀ ਸਭ ਤੋਂ ਵੱਡੀ ਇੱਜ਼ਤ ਚਲੀ ਗਈ ਨਾ। ਹਾਂ ਇੱਕ ਮੇਰੀ ਬੱਚੀ ਵੀ ਹੈਗੀ ਆ, ਉਹ ਬੇਈਮਾਨ ਹੋ ਗਿਆ ਆ। ਉਹ ਮੈਨੂੰ ਨਹੀਂ ਦਿੰਦੇ ਹੈਗੇ। 3-4 ਸਾਲ 2-3 ਮਹੀਨਿਆਂ ਦੀ ਮੇਰੀ ਤਨਖਾਹ ਵੀ ਨਹੀਂ ਉਹ ਦੇ ਰਿਹਾ ਬੱਚਿਆਂ ਮਾਂ ਜੀ ਨੂੰ। ਧਮਕੀਆਂ ਵੀ ਲਾ ਰਹੇ ਨੇ? ਹਾਂਜੀ ਹਾਂਜੀ। ਇੱਕ ਬੱਚਾ ਮੇਰਾ ਆ ਤੇ ਇੱਕ ਮੇਰਾ ਬੱਚਾ ਉੱਥੇ ਵੱਡਾ, ਉਹਨਾਂ 2-3 ਮਹੀਨਿਆਂ ਦੀ ਤਨਖਾਹ ਵੀ ਨਹੀਂ ਦਿੱਤੀ ਸਾਨੂੰ। ਬੇਟਾ ਕੀ ਨਾਮ ਹੈ? ਸ਼ਾਜ਼ੀ ਪ੍ਰਵੀਨ। ਕਿੰਨੀ ਉਮਰ ਹੈ? 12 ਸਾਲ 12 ਸਾਲ। 12-13 ਸਾਲ। ਤੇ ਤੁਹਾਡੇ ਨਾਲ ਜਿਹੜਾ ਵਾਕਿਆ ਪੇਸ਼ ਆਇਆ, ਕਿਹੜੇ ਲੋਕ ਨੇ, ਕਿੰਨੀ ਦੇਰ ਤੋਂ ਤੁਹਾਡੇ ਨਾਲ ਰਹੇ ਨੇ? ਗਵਰਨਮੈਂਟ ਦੇ ਨਾਮ ਕੀ ਪੈਗਾਮ ਹੈ? ਤੁਹਾਨੂੰ ਇਨਸਾਫ ਮਿਲੇਗਾ ਨਹੀਂ ਮਿਲੇਗਾ? ਕਿਹੜੇ ਲੋਕ ਤੁਹਾਨੂੰ ਧਮਕੀਆਂ ਲਾਉਂਦੇ ਰਹੇ ਇਸ ਮਾਮਲੇ ਦੇ ਵਿੱਚ? ਮੁਜ਼ੰਬਲ, ਫੈਸਲ, ਸਜਾਦ ਤੇ ਉਹਨਾਂ ਦੇ ਘਰੇ ਮੈਂ ਕੰਮ ਕਰਦੀ ਰਹੀ। ਮੇਰੇ ਭਰਾ ਵੀ ਉੱਥੇ ਨੌਕਰੀ ਕਰਦੇ ਰਹੇ ਤੇ ਉਹਨਾਂ ਨੇ ਡਰਾਇਆ ਮੈਨੂੰ, ਅਸਲਿਆਂ ਨਾਲ ਡਰਾਇਆ, ਧਮਕੀਆਂ ਦਿੰਦੇ ਰਹੇ। ਕੀ ਧਮਕੀਆਂ ਦਿੰਦੇ ਰਹੇ? ਤੈਨੂੰ ਮਾਰਾਂਗੇ, ਤੇ ਆਦ ਮਾਂ ਪਿਓ ਨੂੰ ਦੱਸਿਆ ਤਾਂ ਮਾਰਾਂਗੇ। ਤੇ ਮੈਨੂੰ ਆਉਣ ਵੀ ਨਹੀਂ ਸੀ ਦਿੰਦੇ ਘਰੇ। ਤੇ ਮੈਂ ਉੱਥੇ ਕੰਮ ਕਰਦੀ ਰਹੀ ਤੇ ਤੇਜ਼ਾਬ ਪਾ ਕੇ ਮੈਨੂੰ ਕਹਿੰਦੇ ਤੇਰੀ ਮੈਂ ਨੰਗੀ ਦੀ ਵੀਡੀਓ ਬਣਾ ਕੇ ਸਿੱਟਾਂਗੇ। ਤੇ ਗਵਰਨਮੈਂਟ ਦੇ ਨਾਮ ਕੀ ਪੈਗਾਮ? ਸਾਨੂੰ ਇਨਸਾਫ ਮਿਲੇ, ਮੈਨੂੰ ਇਨਸਾਫ ਮਿਲਣਾ ਚਾਹੀਦਾ। ਬੱਚਾ ਕਿੱਧਰ ਮੈਂ ਹੁਣ ਕਰਨਾ, ਮੈਂ ਤਾਂ ਮਰਨਾ ਚਾਹ ਰਹੀ। ਸਲਾਮ ਬਾਬਾ ਜੀ ਕੀ ਨਾਮ? ਮੁਹੰਮਦ ਆਲਮ। ਤੁਹਾਡੀ ਬੇਟੀ ਆ? ਭਣੇਵੀਂ ਆ ਜੀ। ਤੁਹਾਡੀ ਭਣੇਵੀਂ ਆ? ਹਾਂਜੀ। ਕੀ ਜ਼ੁਲਮ ਹੋਇਆ? ਇਨਸਾਫ ਕਿਉਂ ਨਹੀਂ ਮਿਲ ਰਿਹਾ? ਉਹ ਜੀ ਬੰਦੇ ਬਹੁਤ ਡਾਢੇ ਆ। ਮੇਰੇ ਬਕੌਲ ਉਹਨਾਂ ਨੇ ਗੱਲਾਂ ਕੀਤੀਆਂ, ਕਹਿੰਦੇ ਆ ਕਿ ਜਿੱਥੇ ਤੇਰਾ ਭਾਜਲਾ ਕੱਟਣੀਆਂ ਮਟਣੀਆਂ ਵੇਚ ਲਵੇਂ, ਅਸੀਂ ਤੇਰਾ ਕੱਖ ਨਹੀਂ ਬਣ ਦੇਣਾ। ਹੁਣ ਤੂੰ ਕੱਟੀਆਂ ਵੇਚ ਲਈਆਂ ਵਾ, ਅੱਗੇ ਤੋਂ ਸਾਡੇ ਨਾਲ ਕਹਿਣ ਲੱਗਾ ਤੈਨੂੰ ਨਜ਼ਾਰਾ ਦਿੱਤੀ ਜਾਵਾਂਗੇ। ਕਿਉਂ? ਉਹਨਾਂ ਨੇ ਮੈਨੂੰ ਇਸ ਵਾਕਿਆ ਤੋਂ ਪਹਿਲੇ ਵੀ ਕੋਈ ਅਰਸਾ ਇਹਨਾਂ ਦਾ ਵਾਲਦ ਫੌਤ ਹੋ ਗਿਆ ਸੀ ਕਿ ਉਹਨਾਂ ਨੇ ਮੇਰੀ ਆਉਣੀ ਜਾਣੀ ਬੰਦ ਕੀਤੀ ਹੋਈ। ਬੱਚੇ ਯਤੀਮ ਨੇ? ਬੱਚੇ ਯਤੀਮ ਆ। ਇਹ ਹੁਣ ਤੁਸੀਂ ਇਹ ਦੱਸੋ ਕਿ ਇੰਨਾ ਜ਼ੁਲਮ ਕੀਤਾ ਵਾ ਹਾਜੀ ਅਕਰਮ ਦੇ ਬੇਟਿਆਂ ਨੇ। ਔਰ ਇੱਕ ਦਾ ਨਾਮ ਮੁਜ਼ੰਬਲ ਹੈ, ਦੂਸਰੇ ਦਾ ਨਾਮ ਸਜਾਦ ਹੈ, ਇੱਕ ਫੈਸਲ ਹੈ। ਇਹ 3 ਬੱਚੇ, ਇੱਕ ਭਤੀਜਾ, 2 ਬੇਟੇ ਹਾਜੀ ਅਕਰਮ ਕੇ। ਇਹ ਅਸਲੇ ਦੇ ਜ਼ੋਰ ਤੇ ਇਹਨੂੰ ਬੱਚੀ ਨੂੰ ਉਹ ਡਰਾਉਂਦੇ ਰਹੇ, ਧਮਕਾਉਂਦੇ ਰਹੇ ਆ। ਬੱਚੀ ਸਾਡੀ ਜਿਹੜੀ ਆ ਉਹਨਾਂ ਦੇ ਘਰ ਨੌਕਰੀ ਕਰਦੀ ਸੀ। ਜਿਹੜੇ ਮੇਰੇ ਭਾਣਜੇ ਆ ਉਹ ਉਹਨੇ ਮਰਬੇ ਤੇ ਕੰਮ ਕਰਦੇ ਸੀਗੇ।
ਉਹ ਬਾਅਦ ਦੀ ਖੇਤੀਬਾੜੀ ਕਰਦੀ, ਉਹ ਉੱਥੋਂ ਦੀ ਕਰਦੀ ਸੀ। ਇਸ ਬੱਚੀ ਤੇ ਸਖਤ ਪਹਿਰਾ ਲੱਗ ਗਿਆ ਸੀਗਾ ਕਿ ਤੈਨੂੰ ਅਸੀਂ ਮਾਰ ਦਿਆਂਗੇ, ਤੇਜ਼ਾਬ ਪਾ ਕੇ ਤੈਨੂੰ ਜਲਾ ਦਿਆਂਗੇ, ਅਸਲਾ ਦਿਖਾਉਂਦੇ ਰਹੇ ਇਹਨੂੰ। ਉਹ ਬੱਚੀ ਨਿਦਾਨ ਸੀਗੀ, ਉਹ ਡਰ ਗਈ। ਉਹ ਬੱਚੀ ਡਰਨ ਦੇ ਵਿੱਚ ਕੋਈ ਵੀ ਗੱਲ ਨਹੀਂ ਕਰ ਸਕੀ। ਉਹਦਾ ਕੋਈ ਐਸਾ ਮੌਕਾ ਬਣਿਆ ਹੈਗਾ ਕਿ ਉਹਨਾਂ ਦੇ ਘਰ ਆਂਢ ਗੁਆਂਢ ਕੇ ਖੁਸ਼ੀ ਸੀਗੀ, ਉਹ ਥੋੜ੍ਹਾ ਜਿਹਾ ਸਾਈਡ ਮਿਲੀ ਬੱਚੀ ਨੂੰ, 2 ਟਾਈਮ ਰੱਬੇ ਤੋਂ ਭੱਜ ਕੇ ਘਰ ਆਈ ਹੈਗੀ ਆ। ਇੱਕ ਮੇਰਾ ਪੁੱਤਰ, ਇੱਕ ਮੇਰੀ ਕੁੜਮਣੀ, ਇੱਕ ਮੇਰਾ ਭਣੇਵਾ, ਇਹ ਮੌਜੂਦ ਬੈਠੇ ਆ। ਜਦੋਂ ਆਣ ਕੇ ਬੱਚੀ ਇਹਨਾਂ ਦੇ ਕੋਲ ਡਿੱਗੀ ਆ, ਇਹਨਾਂ ਨੇ ਦਿਲਾਸਾ ਦਿੱਤਾ। ਉਸ ਦਿਨ ਤੋਂ ਅਸੀਂ ਇਹ ਪੈਰਵਾਈ ਕਰ ਲਈ। ਹਾਜੀ ਅਕਰਮ ਇਹਨਾਂ ਮੇਰੇ ਬੇਟਿਆਂ ਨੇ, ਭਾਣਜਿਆਂ ਨੇ ਬੜੇ ਉਹਦੇ ਹਵੇਲੀ ਪਾਪ ਕੱਢੇ ਆ ਵੀ ਹਾਜੀ ਸਾਹਿਬ ਸਾਨੂੰ ਕੋਈ ਕਿਸੇ ਪਾਸੇ ਰੱਖੋ। ਇਹ ਬੱਚਿਆਂ ਨੂੰ ਨਾਲ ਲੈ ਕੇ ਗਏ ਹੈਗੇ ਆਪਣੇ ਕਬੀਰ, ਉੱਥੋਂ ਜਾ ਕੇ ਅਲਟਰਾਸਾਊਂਡ ਕਰਵਾਉਂਦੇ ਰਹੇ ਆ। ਅਸੀਂ ਆਹ ਕਰਾਂਗੇ, ਉਹ ਕਰਾਂਗੇ, ਇਹਨਾਂ ਦਾ ਕੋਈ ਇਨਸਾਫ ਨਹੀਂ ਮਿਲਦਾ ਪਿਆ ਇਹਨਾਂ ਨੂੰ। ਕਿ ਮੈਂ ਇਹ ਚਾਹੁੰਦਾ ਕਿ ਇਹ ਬੱਚੇ ਯਤੀਮ ਆ, ਕਿ ਇਹਨਾਂ ਬੱਚਿਆਂ ਦਾ ਇਨਸਾਫ ਹੋਣਾ ਚਾਹੀਦਾ। ਬਾਊ ਜੀ ਇਹ ਦੱਸੋ ਕਿ ਪੁਲਿਸ ਤੁਹਾਡੇ ਨਾਲ ਕੀ ਕਰ ਰਹੀ ਹੈ? ਪੁਲਿਸ ਜਿਹੜੀ ਹੈਗੀ ਆ ਕਿ ਉਹ ਸਾਜ਼ਬਾਜ਼ ਹੋ ਗਈ ਆ। ਸਾਡੀ ਕੋਈ ਗਰੀਬਾਂ ਕੀ ਨਹੀਂ ਸੁਣਦੀ ਬਿਲਕੁਲ। ਜਿਹਦੇ ਕੋਲੇ ਜਾਂਦੇ ਆ ਪਹਿਲੇ ਸਾਡੀ ਸੁਣਦੀ ਸੀ, ਜਿਹਦੇ ਕੋਲ ਹੁਣ ਜਾਂਦੇ ਆ ਉਹ ਅੱਗੋਂ ਝਿੜਕਾ ਮਾਰਦਾ। ਅਗਲੇ ਦਿਨ ਮੈਂ ਚੈਂਬਰ ਦੇ ਵਿੱਚ ਗਿਆ ਹੈਗਾ, ਮੈਂ ਇਹਨੂੰ ਜਵੇਦ ਇਕਬਾਲ ਨੂੰ ਕਿਹਾ, ਮੈਂ ਕਿਹਾ ਜਵੇਦ ਇਕਬਾਲ ਤੂੰ ਵੀ ਜਮੀਆਂ ਵਾਲਾ ਵਾ। ਮੇਰਾ ਵਕੀਲ ਕੋਲ ਬੈਠਾ, ਮੈਨੂੰ ਕਹਿੰਦਾ ਜਿੱਥੇ ਤੇਰਾ ਜ਼ੋਰ ਲੱਗਦਾ। ਲਾਲਾ ਕਹਿਣ ਲੱਗਾ, ਇੱਦਾਂ ਕਹਿਣ ਲੱਗਾ ਅਸੀਂ ਬੰਦੇ ਫੜ ਲਾਂਗੇ। ਉਹਨੇ ਮੇਰੇ ਖਿਲਾਫ ਆ ਪੁਲਿਸ। ਕਿਉਂ ਇਤਨਾ ਜ਼ੁਲਮ ਕਰਕੇ ਵੀ ਮੇਰੀ ਗੌਰਮੈਂਟ ਆਪਣਾ ਇਨਸਾਫ ਨਾ ਕਰੇ? ਕਿੱਧਰ ਨੂੰ ਜਾਈਏ? ਫਿਰ ਅਸੀਂ ਜ਼ਹਿਰ ਖਾ ਕੇ ਮਰ ਜਾਈਏ? ਕਿਹੜੇ ਪਾਸੇ ਜਾਣਾ ਅਸੀਂ ਵੀ ਅਸੀਂ ਜ਼ਹਿਰ ਖਾ ਕੇ ਮਰ ਜਾਈਏ? ਇਹਨਾਂ ਦਾ ਸਹਾਰਾ ਕੋਈ ਨਹੀਂ ਦਾ। ਮੈਂ ਇਹ ਕਿਹਨਾਂ ਦਾ ਬਾਪ ਬਣਿਆ ਬੈਠਾ ਵਾ। ਇਸ ਬਿਲੂ ਅਗਰ ਮੇਰੇ ਕੋਲ ਇਨਸਾਫ ਲੈ ਕੇ ਦੇ ਦੇਵੇ हुकूमत। बस बहुत जुल्म किया साढ़े ने सरकार। अजी नाज़रीन, टीम वॉइस ऑफ पंजाब जो है ना वो मौजूद थी 140 9L के अंदर, और यहाँ पर जो वाक़या पेश आया वो हमने आपके साथ शेयर किया कि 14 से 15 साल की बच्ची के साथ जो जना बिल जबर किया गया, प्रेगनेंसी के बाद उसका अबॉर्शन करवाने के लिए बड़ी कोशिश की गई है। जो बाअसर अफराद थे उन्होंने इस मामले को दबाने की कोशिश की है। पुलिस जो है वो क्या कर रही है ये भी हम आपके साथ शेयर करेंगे। हमारा रब्ता हो रहा है, जो थाना डेरा रहीम है वहाँ की पुलिस से रब्ता करने की कोशिश की जा रही है ताकि उनका भी मौक़िफ़ जो है वो इस प्रोग्राम के अंदर ऐड किया जाए। दोनों पार्टियाँ क्या कर रही हैं, क्या इन मज़लूमों को इंसाफ मिलेगा या नहीं मिलेगा? यहाँ पर एक अहम बात जो है कि अगर ख़वातीन के हक़ के लिए मार्च किया जाता है और इनके लिए आवाज़ उठाई जाती है, आज हमारा पैगाम उन तंजीमों के नाम है, वो हकूक़ के अलमदार जो तंजीमें हैं, हकूक़ निस्वा की जो तंजीमें हैं, वो इस प्रोग्राम के ऊपर जो है ना वो उठें, खड़ी हों, लब्बैक कहें और इस गरीब घराने को, इस हवा की बेटी को इंसाफ लेके दें। टीम वॉइस ऑफ पंजाब बहुत जल्द मिलेगी एक नए प्रोग्राम के साथ, एक नए मज़लूम के साथ और एक नए ज़ालिम के ख़िलाफ़। अपना ख्याल रखिएगा। टीम वॉइस ऑफ पंजाब को इजाज़त दें। अल्लाह हामी व नासर। जिस देश से माओ बहनों को अगयार उठा कर ले जाएं, जिस देश के कातिल गुंडों को अशराफ छुड़ा कर ले जाएं, जिस देश की कोर्ट कचहरी में इंसाफ टकों पर बिकता हो, जिस देश का मुंशी काजी भी मुजरिम से पूछ के लिखता हो, जिस देश के चप्पे चप्पे पर पुलिस के नाके होते हों, जिस देश के मंदिर मस्जिद में हर रोज धमाके होते हों, जिस देश में जाके रखवाले खुद जाने ले मासूमों की, जिस देश का हाकिम जालिम हो सिसकी न सुने मजबूरों की, जिस देश की गलियों कूचों में हर सिमत फहाशी फैली हो, जिस देश में बिनते हवा की चादर भी दाग से मैली हो, जिस देश में गुर्बत माओं से बच्चे नीलाम कराती हो, जिस देश में दौलत शुरफा से नाजायज काम कराती हो, जिस देश के ओहदेदारों से ओहदे न संभाले जाते हों, जिस देश के सादा लो इंसान वादों पे ही टाले जाते हों, उस देश के हर एक लीडर पर सवाल उठाना वाजिब है, उस देश के हर एक हाकम को सूली पे चढ़ाना वाजिब है। नदीम ग्रेवाल एडवोकेट, टीम वॉइस ऑफ पंजाब के साथ आज हम जिस मौजू पे बात करने वाले हैं वो है एक FIR 598/24। ये वाक़या कुछ इस तरह से है कि 140 9L में एक बच्ची के साथ 7-8 माह कबल एक रेप का मामला बना। उसको घर के जिस घर में वो काम करती थी वहाँ के मालिक के बेटे मोहम्मद मुजम्मल ने ज़्यादती का निशाना बनाया
और उसकी वीडियो भी बना ली और उसको ब्लैकमेल भी करता रहा। और जब वो बच्ची प्रेग्नेंट हो गई और बात खुली तो इसके साथ दीगर साथियों ने साथ मिलके मुजम्मल, महबूब और सज्जाद ने उनके घर पे हमला करके उन्हें अपना यरगमाल बना लिया, जहाँ से वो FIR के मुताबिक 24/6/24 को फ़रार होकर थाने पहुँचे और वहाँ पे उन्होंने अपनी FIR करवाई। और पुलिस ने इतना शानदार कारनामा अंजाम दिया कि जो उनको हब्स बेजा में रखा गया, अगवा करके रखा गया, उसकी दफ़ात ही FIR में शामिल नहीं की गई। FIR दे दी गई 376 की, 506B की और 292 PPC की। अब ये जो 506B और PPC 292 के मुल्ज़मान हैं, इनको पुलिस ने पकड़ लिया और मेरी इन्फॉर्मेशन के मुताबिक मोहम्मद मुजम्मल जो रेप का असल मुल्ज़िम था उसको भी पकड़ लिया। और कुछ दिन बाद तफ्तीशी साहब ने अपनी सवाबदीद में उनको छोड़ दिया। अब मुझे इस बात की समझ नहीं आ रही कि कौन सा कानून इख्तियार देता है तफ्तीशी साहब को कि जो जिन मुल्ज़मान के ख़िलाफ़ एक रजिस्टर्ड FIR मौजूद है उन्हें अपने तौर पर छोड़ दे और कोर्ट में उनको पेश ही ना करे, उनकी गिरफ़्तारी को बाकायदा रजिस्टर में इंदराज ही ना करे। और उसके छोड़ने का नतीजा ये हुआ कि वो जो मुल्ज़मान हैं वो इतने दिलेर हो गए हैं कि अब वो इस फैमिली को धमकियाँ भी दे रहे हैं और उनके जो मुल्ज़मान तीनों हैं वो अपने पासपोर्ट बनवा के मुल्क से फ़रार होने की कोशिश भी कर रहे हैं। और जब ये इस बात के ऊपर इनिशिएट लिया गया और तफ्तीशी साहब से कहा गया कि आप इनको रोकें, इनको गिरफ़्तार करें, तो तफ्तीशी साहब फरमाते हैं कि जी मैं FIA को एप्लीकेशन दे रहा हूँ कि इनको ब्लैक लिस्ट किया जाए, इनके ID कार्ड ब्लॉक किए जाए, इनको बाहर जाने से रोका जाए। और जब ये पूछा गया कि आपने ये FIA एप्लीकेशन दे दी है तो आज तीसरा चौथा दिन है वो हमें रिप्लाई नहीं कर रहे। जब हमारी टीम ने उनसे रब्ता करके उनका मौक़िफ़ लेने के लिए कोशिश की कि इन मुल्ज़मान को आपने पकड़ के छोड़ा है, तो उन्होंने आगे से फरमाया कि जी अब बच्ची जब प्रेगनेंसी के बाद बच्चा डिलीवर हो जाएगा तो हम बच्चे का DNA लेके ये कन्फर्म करेंगे कि इस बच्चे का बाप कौन है। मैं इस तरीन पुलिस ऑफिसर से ये पूछना चाहता हूँ और मैं ये चाहता हूँ कि हाई ऑफिशियल्स भी मेरी इस बात को नोट करें, ये पॉइंट बड़ा इंपॉर्टेंट है कि इस FIR में 506B और 292 की दफ़ात भी शामिल हैं। और ये इनको इसमें रेप का मुल्ज़िम है, वो सिर्फ एक मुल्ज़िम है मोहम्मद मुजम्मल, और वो बच्ची ज़िंदा मौजूद है जो खुद बता रही है कि मेरे साथ ज़्यादती किसने की है। एक ज़िमनी वाक़या मैं एक लाइन में बताऊँगा। जस्टिस शाहद वहीद साहब की कोर्ट में, मैं लाहौर हाई कोर्ट में बैठा था अपने केस के इंतज़ार में, तो वहाँ पे एक 324 का केस पेश हुआ, तो उसमें तफ्तीशी साहब ने कुछ इसी किस्म का कारनामा अंजाम दिया था इन्वेस्टिगेशन के दौरान। तो उन्होंने उससे पूछा कि अच्छा ये मुल्ज़म जो है जिसका वो नाम ले रहा है मजरूम बेचारा, मजलूम जिंदा है कि मर गया? 324 उन्होंने कहा इसीलिए तो ज़्यादा खतरनाक है कि वो बंदा खुद जो मजलूम होता है वो बता रहा होता है कि मुझे किसने फायर मारा है, और तुम कह रहे हो मैं तफ्तीश में साबित नहीं हो सका। उसका बताना क्या कोई मानी नहीं रखता। यहाँ पे बच्ची खुद बता रही है रो रो के, पीट पीट गया, वीडियो में खुद भी देख लेंगे कि मुझे फलां बंदे ने ज़्यादती का निशाना बनाया। और तफ्तीशी साहब फरमाते हैं कि जी प्रेगनेंसी के डिलीवरी के बाद मैं देखूंगा कि बच्चे का DNA करवा के बच्चे का बाप कौन है। और अगर तब तक ये पता नहीं चलता, पता क्या चलाना है? अभी एक मुल्ज़िम है FIR का रेप का, और वो सीधी सीधी बात है कि वही बंदा मुल्ज़िम है जिसको वो बच्ची बता रही है। क्या वो मर गई है? जब वो जिंदा है जो वो बता नहीं सकती। और इसी तरह से जो बाकी तीनों दफात है 506B की और 292 की, तीनों मुल्ज़मान के अगेंस्ट उन्हें किसको किसने इख्तियार दिया कि वो कोर्ट में बंदों को पेश किए बगैर, गिरफ्तारी डाले बगैर उनको छोड़ दे? यही पुलिस के वो रवैये हैं जो मुल्क में इंतशार का बायस बन रहे हैं, लाकानूनियत को बढ़ावा दे रहे हैं। ये इतना हसास मामला है, गैरत का मामला है। अगर कल कलां को वो बच्ची का भाई, उसका बाप जज्बाती हो के कोई अपने कानून अपने हाथ में लेके कोई गलत इक़दाम उठाते हैं तो उसका ज़िम्मेदार कौन होगा? मैं DPO साहिवाल से, मैं RPO साहिवाल से ये पूछना चाहता हूँ आपके कैमरे की वसातत से कि आखिर क्या वजह है कि पुलिस अपने रवैये दुरुस्त करने के लिए तैयार नहीं है। मेरी अहकाम बाला से, वज़ीर आला पंजाब मरीम नवाज़ साहिबा से, IG पंजाब डॉक्टर उस्मान अनवर साहब से गुजारिश है कि इस मामले को सीरियस नोटिस के ऊपर लिया जाए, इसके ऊपर हाई ऑफिशल्स के ऊपर मुश्तमिल टीम तहकीकात के लिए बनाई जाए और मुल्ज़मान को कैफ़रे किरदार तक पहुँचाया जाए, वरना ये जो मुल्क है ये रहने के काबिल नहीं रहेगा।